ਧੰਨ ਵਾਹਿਗੁਰੂ ਸਾਹਿਬ ਜੀਓ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ, ਮਨੁੱਖਤਾ ਦੇ ਸਾਂਝੇ ਰਹਿਬਰ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਮਰੱਥ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਸਜੇ ਹੋਏ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ, ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਗੁਰੂ ਦਇਆ ਦੇ ਸਦਕਾ ਚੱਲ ਰਹੀ ਮੁਬਾਰਕ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ 7 ਪਾਵਨ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਬਣਾਈ। ਅਗਲੇਰੀ 8 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ, ਤਿਸ ਦੀ ਵਿਚਾਰ ਗੁਰੂ ਦਇਆ ਦੇ ਸਦਕਾ ਆਪ ਸੰਗਤਾਂ ਦੇ ਨਾਲ ਸਾਂਝ ਬਣਾਉਣੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਪਾਸ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੜੇ ਪਿਆਰ ਅਦਬ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭ ਨੇ ਪਿਛਲੇਰੀ ਪੌੜੀ ਦੇ ਅੰਦਰ ਬਖਸ਼ਿਸ਼ ਕਰਦਿਆਂ ਗੱਲ ਸਾਨੂੰ ਸਮਝਾਈ ਸੀ ਕਿ ਸੁੱਖ ਮੰਨਣਾ ਹੋਵੇ ਤੇ ਵਡੇਰੀ ਉਮਰ ਦੀ ਲੋੜ ਨਹੀਂ ਆ। ਸੁੱਖ ਮਾਨਣ ਦੇ ਲਈ ਪ੍ਰਸਿੱਧੀ ਦੀ ਲੋੜ ਨਹੀਂ ਹੈ ਵੀ ਬੜੇ ਮਹਾਨ ਪ੍ਰਸਿੱਧ ਹੋਵੋ, ਵੀ ਲੋਕ ਜਾਣਦੇ ਹੋਣ, ਸੰਸਾਰ ਦੇ ਅੰਦਰ ਨਾਮਣਾ ਹੋਵੇ ਤਾਂ ਸੁੱਖ ਮਾਣਿਆ ਜਾ ਸਕਦਾ ਹੈ। ਨਾ ਕਿਸੇ ਉੱਚੇ ਅਹੁਦੇ ਦੀ ਲੋੜ ਹੈ ਸੁੱਖ ਮਾਨਣ ਦੇ ਲਈ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਸਭ ਕਹਿੰਦੇ ਸੁੱਖ ਮਾਨਣਾ ਹੈ। ਫਿਰ ਇੱਕੋ ਚੀਜ਼ ਦੀ ਲੋੜ ਹੈ, ਸੁੱਖ ਸਤਿਗੁਰੂ ਦੇ ਕੋਲ ਹੈ। ਸੁੱਖ ਗੁਰੂ ਦੇ ਕੋਲ ਹੈ ਤੇ ਉਹ ਸੁੱਖ ਗੁਰੂ ਦੇ ਕੋਲੋਂ ਹੀ ਮਿਲ ਸਕਦਾ ਹੈ, ਪਰ ਬਸ਼ਰਤੇ ਕਿਸੇ ਨੂੰ ਉਹ ਸੁੱਖ ਮਾਨਣ ਦੀ ਜਾਚ ਆ ਜਾਵੇ। ਬਸ਼ਰਤੇ ਕਿ ਉਹ ਸੁੱਖ ਮਾਨਣ ਦੇ ਲਈ ਗੁਰੂ ਦੇ ਕੋਲ ਆਪਣਾ ਆਪ ਸਮਰਪਿਤ ਕਰ ਦੇਵੇ ਤੇ ਉਹਨੂੰ ਜਾਚ ਆ ਜਾਵੇ ਵੀ ਉਹ ਸੁੱਖ ਦੀ ਪ੍ਰਾਪਤੀ ਕਿਵੇਂ ਹੋਣੀ ਆ। ਤੇ ਸਾਹਿਬ ਨੇ ਸਾਨੂੰ ਉਹ ਸੁੱਖ ਲੈਣ ਦੀ ਜਾਚ ਮੁਬਾਰਕ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਸਿਖਾਈ। ਜਦੋਂ ਬਚਨ ਪੜ੍ਹਦੇ ਹਾਂ ਤੇ ਸਾਹਿਬ ਕਹਿੰਦੇ ਸੁੱਖ ਮੰਨਣਾ ਹੈ ਤੇ ਮਿਲ ਜਾਏਗਾ। ਕਿੱਥੋਂ ਮਿਲੇਗਾ? ਸਿਮਰੋਂ ਸਿਮਰ ਸਿਮਰ ਸੁਖ ਪਾਵੋਂ
ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰਨ ਕਰਕੇ ਰੱਬ ਜੀ ਦੀਆਂ ਬਖਸ਼ਿਸ਼ਾਂ ਮਿਲ ਸਕਦੀਆਂ ਨੇ, ਸੁੱਖ ਮਿਲ ਜਾਏਗਾ। ਕਾਲ ਕਲੇਸ਼ ਤਨ ਮਾਹਿ ਮਿਟਾਵੋ, ਅੰਦਰ ਦੇ ਕਾਲ ਤੇ ਕਲੇਸ਼ ਮਿਟ ਜਾਣਗੇ। ਪਰ ਸਾਹਿਬ ਕਹਿੰਦੇ ਇਹ ਪਤਾ ਹੋਵੇ ਵੀ ਸਿਮਰਨਾ ਕਿਹਨੂੰ ਹੈ। ਇਹ ਨਾ ਹੋਵੇ ਵੀ ਐਵੇਂ ਹੀ ਜਿਹੜਾ ਆਇਆ ਕਹਿ ਦੇਵੇ ਵੀ ਇਹਨੂੰ ਸਿਮਰ ਲੈ, ਤੂੰ ਉਹਨੂੰ ਸਿਮਰਨਾ ਸ਼ੁਰੂ ਕਰ ਦੇਵੇਂ। ਦੂਜਾ ਆਇਆ ਤੇ ਉਹ ਕਹਿ ਦੇਵੇ ਨਹੀਂ ਭਲਿਆ ਇਹਨੂੰ ਸਿਮਰਿਆ ਕਰ, ਤੂੰ ਉਹਨੂੰ ਸਿਮਰਨ ਲੱਗ ਜਾਵੇਂ। ਤੈਨੂੰ ਪਤਾ ਹੋਣਾ ਚਾਹੀਦਾ ਹੈ ਸਿਮਰਨਾ ਕਿਹਨੂੰ ਆ। ਸਿਮਰਉ ਜਾਸ ਬਿਸੰਬਰ ਇੱਕ ਹੈ, ਜਿਹੜਾ ਇੱਕ ਹੈ ਤੇ ਸਾਰਿਆਂ ਦਾ ਮਾਲਕ ਹੈ, ਉਹਨੂੰ ਜਪਿਆ ਕਰ। ਜਿਹੜਾ ਇਹ ਕਾਇਨਾਤ ਨੂੰ ਬਣਾਉਣ ਵਾਲਾ ਹੈ। ਨਾਮ ਜਪਤ ਅਗੰਤ ਅਨੇਕਾ, ਉਹਦਾ ਨਾਮ ਜਪਣ ਵਾਲੇ ਵੀ ਬੇਅੰਤ ਨੇ। ਸਭ ਕਹਿੰਦੇ ਇਸ ਕਰਕੇ ਉਹਨੂੰ ਜਪਿਆ ਕਰ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ। ਐਵੇਂ ਹੀ ਇੱਧਰ ਉੱਧਰ ਭਟਕ ਕੇ ਤੇਰੇ ਪੱਲੇ ਕੱਖ ਨਹੀਂ ਪੈਣਾ। ਜੇ ਸੱਚਮੁੱਚ ਸੁੱਖ ਮੰਨਣਾ ਹੈ ਤੇ ਆਹੀ ਇੱਕ ਤਰੀਕਾ ਹੈ। ਤੇ ਜਿਹੜੇ ਉਸ ਮਾਲਕ ਨੂੰ ਸਿਮਰਨ ਲੱਗ ਜਾਣ, ਸਭ ਕਹਿੰਦੇ ਫਿਰ ਉਹਨਾਂ ਦੇ ਅੰਦਰ ਖੇੜਾ ਹੈ, ਉਹਨਾਂ ਦੇ ਅੰਦਰ ਸੁੱਖ ਹੈ। ਕਿਉਂਕਿ ਉਹ ਸੁੱਖ ਦੀ ਪ੍ਰਾਪਤੀ ਗੁਰੂ ਦੇ ਕੋਲੋਂ ਕਰਨੀ ਜਾਣ ਗਏ ਨੇ, ਸਿੱਖ ਲਿਆ ਉਹਨਾਂ ਨੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸੁੱਖ ਗੁਰੂ ਦੇ ਕੋਲ ਹੈ ਤੇ ਇੱਥੋਂ ਲੱਭਣ ਲੱਗ ਗਏ। ਮਾਲਕ ਨੇ ਅੱਜ ਦੀ ਮੁਬਾਰਕ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਦਾ ਅਰਥ ਹੁੰਦਾ ਹੈ ਖੇੜਾ, ਖੁਸ਼ੀ। ਔਰ ਸਭ ਕਹਿੰਦੇ ਭਗਤਾਂ ਨੂੰ ਸਦੀਵੀ ਖੁਸ਼ੀ ਹੈ, ਉਹ ਸਦੀਵੀ ਸੁੱਖ ਦੇ ਵਿੱਚ ਨੇ। ਉਹਨਾਂ ਨੂੰ ਕਦੇ ਕੋਈ ਦੁੱਖ ਨਹੀਂ ਪਾਉਂਦਾ, ਉਹਨਾਂ ਦੇ ਨੇੜੇ ਕਦੇ ਕੋਈ ਰੋਗ ਨਹੀਂ ਆਉਂਦਾ। ਸਰੀਰ ਦੇ ਰੋਗਾਂ ਦੀ ਗੱਲ ਨਹੀਂ ਚੱਲਦੀ ਇੱਥੇ। ਉਹਨਾਂ ਦੇ ਨੇੜੇ ਕੋਈ ਮਨ ਦਾ ਰੋਗ ਨਹੀਂ ਆਉਂਦਾ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਕਈ ਵਾਰ ਨਾ ਇਹ ਮਨ ਦੇ ਅੰਦਰ ਸਵਾਲ ਆ ਜਾਂਦਾ ਹੈ। ਦੇਖੋ ਜੀ, ਅਸੀਂ ਤਾਂ ਬਾਣੀ ਪੜ੍ਹਦੇ ਹਾਂ, ਅਸੀਂ ਤਾਂ ਗੁਰੂ ਘਰ ਜਾਂਦੇ ਹਾਂ, ਫਿਰ ਵੀ ਅਸੀਂ ਬੜੇ ਤੰਗ ਰਹਿੰਦੇ ਹਾਂ। ਦੇਖੋ ਜੀ, ਸਾਡਾ ਤੇ ਸਰੀਰ ਹੀ ਠੀਕ ਨਹੀਂ ਰਹਿੰਦਾ, ਅਸੀਂ ਤੇ ਬਾਣੀ ਪੜ੍ਹਦੇ ਹਾਂ। ਸਾਨੂੰ ਤੇ ਦੇਖੋ ਜੀ ਕਿੰਨੀਆਂ ਤਕਲੀਫਾਂ ਆਈਆਂ ਨੇ ਸੰਸਾਰ ਦੇ ਅੰਦਰ, ਅਸੀਂ ਰਹਿੰਦੇ ਹਾਂ। ਸਾਨੂੰ ਆਹ ਵੀ ਦੁੱਖ ਹੈ, ਸਾਨੂੰ ਆਹ ਵੀ ਦੁੱਖ ਹੈ। ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ ਹੋਇਆ? ਕਿਉਂ ਪੜ੍ਹੀਏ ਫਿਰ ਬਾਣੀ ਜੀ? ਦੇਖੋ ਸਾਨੂੰ ਤੇ ਕੁਝ ਨਹੀਂ ਮਿਲਿਆ ਬਾਣੀ ਪੜ੍ਹ ਕੇ, ਅਸੀਂ ਤੇ ਉੱਦਾਂ ਦੇ ਉੱਦਾਂ ਹੀ ਦੁਖੀ ਹਾਂ। ਕਈ ਵਾਰ ਸਾਨੂੰ ਇੱਦਾਂ ਲੱਗਦਾ ਹੈ। ਸਭ ਕਹਿੰਦੇ ਜਦੋਂ ਬਾਣੀ ਪੜ੍ਹੇ ਨਾ, ਉਦੋਂ ਸੰਸਾਰ ਦੇ ਸੁੱਖਾਂ ਦੀ ਲਾਲਸਾ ਨਾ ਰੱਖਿਆ ਕਰ। ਜਦੋਂ ਬਾਣੀ ਪੜ੍ਹਨਾ ਹੈ, ਮਨ ਦੇ ਸੁੱਖਾਂ ਦੀ ਲਾਲਸਾ ਰੱਖਿਆ ਕਰ। ਨਹੀਂ ਤਾਂ ਇਹ ਭੁਲੇਖਾ ਮਨ ਚੋਂ ਕੱਢ ਦੇ ਕਿ ਬਾਣੀ ਸਰੀਰ ਦੇ ਸੁੱਖਾਂ ਦੇ ਲਈ ਨਹੀਂ ਹੈ। ਹਾਂ, ਇੱਕ ਗੱਲ ਪੱਕੀ ਆ, ਰੱਤਾ ਭਰ ਵੀ ਇਹਦੇ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਵੀ ਜਦੋਂ ਗੁਰੂ ਬਖਸ਼ਿਸ਼ ਕਰੇ ਫਿਰ ਸਰੀਰ ਦੇ ਦੁੱਖ ਵੀ ਕੱਟੇ ਜਾਂਦੇ ਨੇ। ਪਰ ਸਤਿਗੁਰੂ ਨੇ ਸਾਨੂੰ ਇਹ ਗੱਲ ਸਪਸ਼ਟ ਕਰ ਦਿੱਤੀ ਵੀ ਬਾਣੀ ਸਰੀਰ ਦੇ ਸੁੱਖਾਂ ਦੇ ਲਈ ਨਾ ਪੜ੍ਹੀ। ਕਿਉਂਕਿ ਜੇ ਸਰੀਰ ਦੇ ਸੁੱਖਾਂ ਦੇ ਲਈ ਬਾਣੀ ਪੜ੍ਹਦੇ ਆ ਨਾ, ਜੇ ਅਸੀਂ ਕਹਿ ਦਿੰਦੇ ਅਕਸਰ ਹੀ ਵੀ ਦੇਖੋ ਜੀ ਸੁਖਮਨੀ ਸਾਹਿਬ ਦੀ ਮੁਬਾਰਕ ਬਾਣੀ ਪੜ੍ਹੋ, ਤੁਹਾਡੇ ਸਰੀਰ ਦੇ ਦੁੱਖ ਖਤਮ ਹੋ ਜਾਣਗੇ। ਤੇ ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਉੱਥੇ ਸਿਖਾ ਦਿੱਤਾ ਵੀ ਭਲਿਆ ਦੇਖ, ਇਹ ਬਾਣੀ ਮੈਂ ਉਚਾਰੀ ਹੈ, ਮੇਰੇ ਸਰੀਰ ਦੇ ਰਾਹੀਂ ਇਹ ਪ੍ਰਗਟ ਹੋਈ ਹੈ। ਤੇ ਮੇਰਾ ਸਰੀਰ ਤਤੀ ਤਵੀ ਤੇ ਬੈਠਾ ਹੈ, ਮੇਰਾ ਸਰੀਰ ਦੇਗ ਦੇ ਵਿੱਚ ਉਬਲਿਆ ਹੈ। ਮੇਰਾ ਸਰੀਰ ਐਸਾ ਖੁਆਰ ਕਰ ਦਿੱਤਾ ਇਹਨਾਂ ਨੇ, ਸਰੀਰ ਦੇ ਉੱਤੇ ਰੇਤਾ ਵੀ ਪਾਈ ਤੇ ਅਖੀਰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਸਰੀਰ ਵਹਾ ਦਿੱਤਾ। ਸਰੀਰ ਤੇ ਦੁੱਖ ਬੜੇ ਆਏ। ਬਾਣੀ ਮੈਂ ਉਚਾਰੀ। ਜਿਸ ਬਾਣੀ ਨੂੰ ਪੜ੍ਹ ਕੇ ਅਸੀਂ ਕਹਿੰਦੇ ਹਾਂ ਵੀ ਇਹਦੇ ਨਾਲ ਸਰੀਰ ਦੇ ਦੁੱਖ ਦੂਰ ਹੋ ਜਾਣਗੇ, ਉਸੇ ਬਾਣੀ ਨੂੰ ਉਚਾਰਨ ਵਾਲਾ ਸਾਨੂੰ ਇਹ ਸਿਖਾ ਰਿਹਾ ਭਲਿਆ ਬਾਣੀ ਪੜ੍ਹ ਕੇ ਭੁਲੇਖਾ ਨਾ ਪਾ ਲਵੇਂ ਵੀ ਸਰੀਰ ਦੇ ਦੁੱਖ ਠੀਕ ਹੋਣਗੇ। ਹਾਂ, ਹੋਏਗਾ ਕਿ ਜਦੋਂ ਬਾਣੀ ਨੂੰ ਮਨ ਕਰਕੇ ਪੜ੍ਹਾਂਗੇ, ਮਨ ਇੰਨਾ ਕੁ ਤਾਕਤਵਰ ਹੋ ਜਾਏਗਾ ਵੀ ਉਹ ਤਵੀ ਦੇ ਉੱਤੇ ਸਰੀਰ ਨੂੰ ਦੁੱਖ ਹੁੰਦੇ ਹੋਣ ਤੇ ਤਵੀ ਦੇ ਉੱਤੇ ਬੈਠ ਕਰਕੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ, ਦੁੱਖ ਨਹੀਂ ਆਏਗਾ, ਮਨ ਦੁਖੀ ਨਹੀਂ ਹੋਏਗਾ। ਫਿਰ ਰੱਬ ਨੂੰ ਉਲਾਂਭਾ ਨਹੀਂ ਦੇਵਾਂਗੇ। ਫਿਰ ਇਹ ਨਹੀਂ ਕਵਾਂਗੇ ਰੱਬਾ ਆਹ ਕੀ ਕਰਤਾ, ਫਿਰ ਇੱਕੋ ਹੀ ਗੱਲ ਕਵਾਂਗੇ ਤੇਰਾ ਕੀਆ ਮਿੱਠਾ ਲੱਗਾ। ਹਰਨਾਮ ਪਦਾਰਥ
ਨਾਨਕ ਮੰਗੈ ਸਰੀਰ ਦੇ ਦੁੱਖ ਆ ਜਾਣ ਕੋਈ ਪਰਵਾਹ ਨਹੀਂ ਹੈ, ਪਰ ਸਾਨੂੰ ਚਾਹੀਦਾ ਕੀ ਹੈ? ਸਭ ਕਹਿੰਦੇ ਇੱਕੋ ਹੀ ਇੱਕ ਰੱਬੀ ਨਾਮ ਦੀ ਦਾਤ ਮਿਲ ਜਾਵੇ, ਇਹ ਸਾਰਿਆਂ ਤੋਂ ਵੱਡੀ ਬਖਸ਼ਿਸ਼ ਹੈ, ਇਹ ਚਾਹੀਦੀ ਹੈ। ਸਰੀਰ ਦੇ ਦੁੱਖਾਂ ਦੀ ਪਰਵਾਹ ਨਹੀਂ। ਅਸੀਂ ਗੱਲ ਕਰਦੇ ਹਾਂ ਜਦੋਂ ਅਰਦਾਸ ਦੇ ਅੰਦਰ ਬਚਨ ਪੜ੍ਹਦੇ ਹਾਂ, ਸਤਿਗੁਰੂ ਸਮਰੱਥ ਨੇ, ਮੈਂ ਫਿਰ ਦੁਹਰਾ ਦੇਵਾਂ, ਕਿਤੇ ਇਹ ਮਨ ਦੇ ਅੰਦਰ ਭੁਲੇਖਾ ਨਾ ਪੈ ਜਾਵੇ ਕਿ ਗੁਰੂ ਦੇ ਕੋਲ ਸਮਰੱਥਾ ਘੱਟ ਹੈ, ਪਰ ਗੁਰੂ ਸਾਨੂੰ ਇਸ ਪਾਸੇ ਨੂੰ ਤੋਰਦਾ ਨਹੀਂ। ਗੁਰੂ ਕਰਾਮਾਤਾਂ ਤੋਂ ਬੜਾ ਦੂਰ ਰੱਖਦਾ ਹੈ। ਸਾਨੂੰ ਗੁਰੂ ਨੇ ਪ੍ਰੈਕਟੀਕਲ ਕਰਕੇ ਸਿਖਾਇਆ ਹਰੇਕ ਗੱਲ ਨੂੰ ਆਪਣੇ ਜੀਵਨ ਦੇ ਅੰਦਰ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਸਾਨੂੰ ਸਿਖਾ ਦਿੱਤਾ ਵੀ ਭਲਿਆ ਐਵੇਂ ਭੁਲੇਖੇ 'ਚ ਨਾ ਰਵੀਂ। ਸਰੀਰ ਦੇ ਦੁੱਖ ਜਿਹੜੇ ਨੇ, ਇਹ ਸਰੀਰ ਦੇ ਦੁੱਖ ਤੇ ਮਨ ਦੇ ਦੁੱਖ ਬੜੇ ਵੱਖਰੇ ਨੇ। ਹਾਂ, ਸਰੀਰ ਦੇ ਦੁੱਖ ਸ਼ੁਰੂ ਸਾਡੇ ਮਨ ਦੇ ਦੁੱਖਾਂ ਤੋਂ ਹੁੰਦੇ ਨੇ, ਤੇ ਮਾਲਕ ਨੇ ਸਾਨੂੰ ਸਿਖਾਇਆ ਭਲਿਆ ਭੁਲੇਖਾ ਨਾ ਰੱਖੀ। ਆ ਦੇਖ, ਸਰੀਰ ਕਿਸੇ ਦਾ ਵੀ ਹੋਵੇ, ਸਰੀਰਕ ਰੋਗਾਂ ਦੇ ਕਰਕੇ ਖਤਮ ਹੋ ਸਕਦਾ ਏ। ਤੂੰ ਭੁਲੇਖੇ 'ਚ ਨਾ ਰਵੀਂ ਵੀ ਮੈਂ ਬਾਣੀ ਪੜ੍ਹਦਾ ਤੇ ਮੇਰਾ ਸਰੀਰ ਜਿਹੜਾ ਏ ਉਹ ਦੁੱਖਾਂ 'ਚ ਘਿਰੇਗਾ, ਨਹੀਂ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਸਰੀਰ ਦੇ ਉੱਤੇ ਚੇਚਕ ਰੋਗ ਹੁੰਦਾ ਹੈ ਔਰ ਹੱਦੋਂ ਵੱਧ ਜਾਂਦਾ ਹੈ। ਔਰ ਸਾਹਿਬ ਨੇ ਸਾਨੂੰ ਸਿਖਾ ਦਿੱਤਾ ਵੀ ਕਿਤੇ ਇਹ ਨਾ ਹੋਵੇ ਵੀ ਬਾਣੀ ਪੜ੍ਹਨ ਲੱਗਾ ਤੂੰ ਇਹ ਸੋਚਣ ਲੱਗ ਜਾਵੇਂ ਜੀ ਸਰੀਰ ਦੇ ਉੱਤੇ ਦੁੱਖ ਆਇਆ ਤੇ ਹੁਣ ਮੈਂ ਬਾਣੀ ਨਹੀਂ ਪੜ੍ਹਨੀ। ਬਾਣੀ ਨੂੰ ਉਚਾਰਨ ਵਾਲੇ ਦੇ ਸਰੀਰ ਤੇ ਦੁੱਖ ਆ ਰਿਹਾ। ਹੁਣ ਸਰੀਰ ਤੇ ਸਤਿਗੁਰੂ ਦੇ ਮਨ ਤੇ ਦੁੱਖ ਨਹੀਂ ਹੈ, ਹੁਣ ਸਤਿਗੁਰੂ ਦੇ ਸਰੀਰ ਤੇ ਦੁੱਖ ਹੈ, ਕਿਉਂਕਿ ਗੁਰੂ ਸਾਨੂੰ ਸਿਖਾਉਣਾ ਚਾਹੁੰਦਾ ਹੈ ਭਲਿਆ ਐਵੇਂ ਭੁਲੇਖੇ 'ਚ ਨਾ ਰਹਿ ਜਾਵੀਂ, ਐਵੇਂ ਤੈਨੂੰ ਕੋਈ ਉਲਝਾ ਨਾ ਜਾਵੇ। ਕਹਿ ਦਿੰਦੇ ਨਾ, ਅੱਜ ਚੱਲਦਾ ਹੈ ਨਾ, ਦੇਖੋ ਜੀ ਤੁਹਾਡੇ ਗੁਰੂ 'ਚ ਕਿਹੜੀ ਕਰਾਮਾਤ ਹੈ, ਸਾਡੇ ਰੱਬ 'ਚ ਕਰਾਮਾਤਾਂ ਨੇ, ਤੁਹਾਡੇ ਦੁੱਖ ਦੂਰ ਕਰ ਦੇਵਾਂਗੇ। ਤੁਹਾਡੇ ਗੁਰੂ 'ਚ ਤੇ ਕੋਈ ਕਰਾਮਾਤ ਹੀ ਨਹੀਂ ਹੈ। ਸਤਿਗੁਰੂ ਕਹਿੰਦੇ ਕਰਾਮਾਤ ਤੂੰ ਕੀ ਕਹਿਣਾ ਹੈ? ਤੇ ਸਾਹਿਬ ਨੇ ਤੇ ਜਦੋਂ ਕਰਾਮਾਤ ਦੀ ਗੱਲ ਆਈ ਤੇ ਮਾਲਕ ਨੇ ਸ਼ਬਦ ਵਰਤਿਆ ਸੀ, ਕਰਾਮਾਤ ਕਹਿਰ ਹੈ। ਤੇ ਕਹਿਰ ਹੈ ਬਹੁਤ ਮਾੜੀ ਹੈ। ਜਿਹੜਾ ਕਹਿੰਦਾ ਹੈ ਨਾ ਕਰਾਮਾਤੀ ਆ, ਸਾਡਾ ਬਾਬਾ ਬੜਾ ਕਰਾਮਾਤੀ ਹੈ, ਤੇ ਬਾਬਾ ਫਿਰ ਕਰਾਮਾਤੀ ਹੈ, ਉਹ ਰੱਬ ਦੇ ਨਾਲ ਜੁੜਿਆ ਨਹੀਂ ਆ, ਉਹ ਮਾਰਗ ਤੋਂ ਖੁੰਝ ਗਿਆ। ਕਿਉਂਕਿ ਇਹ ਮਾਰਗ ਹੈ। ਮੁਬਾਰਕ ਬਾਣੀ ਨੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਇਹ ਨਹੀਂ ਕਿਹਾ ਵੀ ਹੁੰਦੀਆਂ ਨਹੀਂ ਆ। ਸਭ ਨੇ ਇਹ ਨਹੀਂ ਲਿਖਿਆ ਵੀ ਰਿੱਧੀਆਂ ਸਿੱਧੀਆਂ ਨਹੀਂ ਹੈਗੀਆਂ, ਇਹ ਨਹੀਂ ਕਿਹਾ ਕਰਾਮਾਤਾਂ ਨਹੀਂ ਹੈਗੀਆਂ। ਸਭ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ। ਇਹ ਰੱਬ ਵਾਲੇ ਪਾਸੇ ਲੈ ਕੇ ਜਾਣ ਵਾਲਾ ਸਵਾਦ ਨਹੀਂ ਹੈ, ਇਹ ਹੋਰ ਪਾਸੇ ਲੈ ਕੇ ਜਾਣ ਵਾਲਾ ਸਵਾਦ ਹੈ। ਰੱਬ ਵਾਲੇ ਮਾਰਗ ਤੋਂ ਮੋੜ ਦੇਵੇਗਾ। ਤੇ ਜਿਹੜਾ ਦਾਵਾ ਕਰਦਾ ਹੈ ਨਾ ਮੈਂ ਬਹੁਤ ਧਰਮੀ ਆ ਤੇ ਮੇਰੇ ਕੋਲ ਰਿੱਧੀਆਂ ਸਿੱਧੀਆਂ ਨੇ, ਜੋ ਮਰਜ਼ੀ ਕਰ ਸਕਦਾ, ਤੇ ਸਿੱਧੀ ਜੀ ਗੱਲ ਹੈ, ਇਹ ਰੱਬ ਵਾਲੇ ਰਾਹ ਤੋਂ ਖੁੰਝ ਗਿਆ, ਭਟਕ ਗਿਆ, ਹੁਣ ਇਹ ਰੱਬ ਤੱਕ ਨਹੀਂ ਪਹੁੰਚ ਸਕਦਾ। ਬੜੇ ਦਾਅਵੇ ਕਰਦੇ ਨੇ, ਅੱਜ ਅਸੀਂ ਵੀ ਕਰਦੇ ਹਾਂ। ਦੇਖੋ ਜੀ ਸਾਡੇ ਬਾਬਾ ਜੀ ਬੜੀ ਕਰਾਮਾਤ ਰੱਖਦੇ ਨੇ, ਬੜੀ ਬਖਸ਼ਿਸ਼ ਹੈ ਉਹਨਾਂ ਦੇ ਉੱਤੇ, ਬੜੇ ਰੱਬੀ ਰੂਹ ਨੇ, ਰੱਬ ਜੀ ਦੇ ਨਾਲ ਜੁੜੇ ਨੇ, ਤੇ ਰੇਤਾਂ ਨੂੰ ਖੰਡ ਬਣਾ ਦਿੰਦੇ ਰਹੇ ਨੇ। ਤੇ ਇੱਦਾਂ ਦੀਆਂ ਕਰਾਮਾਤਾਂ ਤੇ ਜੋਗੀ ਕਰਦੇ ਸੀ, ਇੱਦਾਂ ਦੀਆਂ ਹੀ ਕਰਾਮਾਤਾਂ ਜੋਗੀ ਕਰਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਜਾਂਦੇ ਨੇ ਪਾਣੀ ਲੈਣ ਵਾਸਤੇ ਭੇਜਿਆ, ਤੇ ਪਾਣੀ ਦੇ ਥਾਂ ਤੇ ਰਤਨ ਜਵਾਹਰ ਨੇ, ਕਰਾਮਾਤਾਂ ਹੀ ਦਿਖਾਈਆਂ ਸੀ। ਜਿਹਨੂੰ ਸਾਹਿਬ ਨੇ ਕਿਹਾ ਸੀ ਭਾਈ ਗਲਤ ਰਾਹ ਤੇ ਪਏ ਹੋਏ ਹੋ, ਧਰਮ ਨਹੀਂ ਆਏ। ਤੇ ਅਸੀਂ ਅੱਜ ਵੀ ਉਹਨਾਂ ਨੂੰ ਰੱਬ ਮੰਨ ਕੇ ਬੈਠੇ ਹਾਂ, ਜਿਹੜੇ ਕਹਿੰਦੇ ਸਨ ਜੀ ਅਸੀਂ ਰੇਤਾਂ ਨੂੰ ਖੰਡ ਬਣਾ ਦਿੰਦੇ ਹਾਂ, ਪਾਣੀ ਨੂੰ ਦੁੱਧ ਬਣਾ ਦਿੰਦੇ ਹਾਂ। ਸਾਡੇ ਬਾਬਾ ਜੀ ਤੇ ਅੱਖਾਂ ਖੋਲ੍ਹਦੇ ਨੇ ਤੇ ਸਾਹਮਣੇ ਸਾਰਾ ਕੁਝ ਸਵਾਹ ਹੋ ਗਿਆ। ਤੇਜ ਹੀ ਇੰਨਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤੇ ਕਦੇ ਕਿਸੇ ਦਾ ਕੁਝ ਵੀ ਸਵਾਹ ਨਹੀਂ ਕੀਤਾ ਸੀ। ਫਿਰ ਫਰਕ ਕੀ ਹੈ? ਫਰਕ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਤੇਜ ਹੈ, ਕਿੰਨਾ ਕੁ ਤੇਜ ਹੈ। ਸਾਹਿਬ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਬ੍ਰਹਮੰਡਾਂ ਦੇ ਮਾਲਕ ਨੇ, ਤੇ ਬਾਬੇ ਦੇ ਕੋਲੋਂ ਤੇਜ ਸਾਂਭਿਆ ਨਹੀਂ ਗਿਆ, ਕਿਉਂਕਿ ਬਾਬਾ ਰੱਬ ਜੀ ਦੇ ਮਾਰਗ ਤੋਂ, ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੋਂ ਪਾਸੇ ਹੋ ਕੇ ਚੱਲਿਆ, ਤਾਂ ਇਹ ਤੇਜ ਸਾਂਭਿਆ ਨਹੀਂ ਗਿਆ। ਤੇ ਦੂਜਿਆਂ ਦੇ ਨੁਕਸਾਨ ਨਹੀਂ ਬਾਬੇ ਨੇ ਤੇ ਬਾਬੇ ਦੇ ਚੇਲਿਆਂ ਨੇ ਇੰਨਾ ਵਡਿਆ ਦਿੱਤਾ, ਉੱਚਾ ਕਰਕੇ ਸੰਸਾਰ ਦੇ ਅੰਦਰ ਪ੍ਰਚਾਰ ਦਿੱਤਾ। ਸਾਨੂੰ ਲੱਗਣ ਲੱਗ ਗਿਆ ਵੀ ਨਹੀਂ ਜੀ ਸੱਚਮੁੱਚ ਹੀ ਬਾਬਾ ਰੱਬ ਹੈ, ਪਰ ਗੁਰਬਾਣੀ ਕਹਿੰਦੀ ਹੈ ਰੱਬ ਨਹੀਂ ਹੈ, ਗਲਤ ਹੈ। ਤੇ ਮਾਲਕ ਕਹਿੰਦੇ ਨੇ ਅੱਜ ਦੀ ਪਾਵਨ ਮੁਬਾਰਕ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ। ਸਭ ਕਹਿੰਦੇ ਉਹ ਮੁਕਾਮ ਹਾਸਲ ਕਰਨਾ ਚਾਹੁੰਦਾ ਹੈ,
ਜਿਹੜਾ ਮੁਕਾਮ ਸਿੱਧਾਂ ਦੇ ਕੋਲ ਹੈ, ਜਿਹੜਾ ਮੁਕਾਮ ਪੀਰਾਂ ਦੇ ਕੋਲ ਹੈ, ਜਿਹੜਾ ਮੁਕਾਮ ਦੇਵਤਿਆਂ ਦੇ ਕੋਲ ਹੈ, ਜਿਹੜਾ ਮੁਕਾਮ ਜੋਗੀਆਂ ਦੇ ਕੋਲ ਹੈ, ਸਭ ਕਹਿੰਦੇ ਉਹ ਮੁਕਾਮ ਹਾਸਲ ਕਰਨ ਵਾਸਤੇ ਤੂੰ ਮੁਬਾਰਕ ਬਾਣੀ ਨੂੰ, ਗੁਰੂ ਦੇ ਹੁਕਮ ਨੂੰ ਸੁਣਿਆ ਕਰ। ਕੀ ਹੋਏਗਾ? ਸਭ ਕਹਿੰਦੇ ਸੁਣਨ ਦੇ ਨਾਲ ਸੁਣਿਆ ਸਿੱਧ ਪੀਰ ਸੁਰਨਾਥ, ਉਹ ਪਦਵੀ, ਉਹ ਮੁਕਾਮ ਹਾਸਲ ਹੋ ਜਾਏਗਾ ਜਿਸ ਮੁਕਾਮ ਨੂੰ ਹਾਸਲ ਕਰਨ ਵਾਸਤੇ ਸਿੱਧ ਲੋਕ ਘਰ ਛੱਡਦੇ ਨੇ। ਤੈਨੂੰ ਘਰ ਛੱਡਣ ਦੀ ਲੋੜ ਨਹੀਂ ਪਏਗੀ। ਇੱਥੇ ਚਲੀਹੇ ਕੱਟਦੇ ਨੇ ਪੀਰ, ਸਭ ਕਹਿੰਦੇ ਤੈਨੂੰ ਪੀਰ ਬਣਨ ਵਾਸਤੇ, ਚਲੀਹੇ ਕੱਟਣ ਵਾਸਤੇ ਤੈਨੂੰ ਉਹ ਸਿੱਧੀ ਜਿਹੜੀ ਚਾਹੀਦੀ ਹੈ, ਉਹ ਉੱਪਰਲੀ ਅਵਸਥਾ ਚਾਹੀਦੀ, ਉਹਦੇ ਵਾਸਤੇ ਤੈਨੂੰ ਦੌੜ ਲਾਉਣ ਦੀ ਲੋੜ ਨਹੀਂ ਪਏਗੀ। ਉਹ ਗੁਰੂ ਦਾ ਹੁਕਮ ਸੁਣ ਲਿਆ ਕਰ, ਹੋ ਜਾਏਗਾ, ਉਹ ਦਾਤਾਂ ਮਿਲ ਜਾਣਗੀਆਂ। ਤੂੰ ਵੱਡਾ ਜੋਗੀ ਬਣਨਾ ਹੈ ਤੇ ਤੈਨੂੰ ਜੋਗੀ ਬਣਨ ਵਾਸਤੇ ਘਰ ਤਿਆਗ ਕੇ ਕੰਧਰਾਂ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ। ਗੁਰੂ ਦਾ ਹੁਕਮ ਸੁਣਿਆ ਕਰ ਮਨ ਕਰਕੇ, ਤੈਨੂੰ ਇਹ ਦਾਤ ਇੱਥੇ ਹੀ ਪ੍ਰਾਪਤ ਹੋ ਜਾਏਗੀ। ਘਰ 'ਚ ਰਹਿੰਦਿਆਂ ਗੁਰੂ ਨਾਨਕ ਦੇ ਦਰ ਤੋਂ ਸਾਰਾ ਕੁਝ ਮਿਲ ਜਾਏਗਾ। ਤੇ ਉਚਾਰਨ ਦਾ ਵੀ ਖਿਆਲ ਰੱਖਿਆ ਕਰੀਏ। ਸੁਣਿਆ ਪੜ੍ਹਨਾ, ਇਹਨੂੰ ਸੁਣੀਏ ਨਹੀਂ। ਅਸੀਂ ਕਈ ਵਾਰ ਉਚਾਰਨ ਕਰਦੇ ਹਾਂ, ਸੁਣੀਏ ਸਿੱਧ ਪੀਰ ਸੁਰਨਾਥ ਪੜ੍ਹਦੇ ਹਾਂ, ਸੁਣੀਏ ਨਹੀਂ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਨ ਦੇ ਨਾਲ ਸਭ ਕਹਿੰਦੇ ਤੈਨੂੰ ਇਹ ਸੋਝੀ ਆ ਜਾਏਗੀ। ਸੰਸਾਰ ਨੇ ਇੱਕ ਗੱਲ ਕਹੀ ਹੈ, ਹਿੰਦੂ ਵੀਰਾਂ ਦੇ ਧਰਮ ਗ੍ਰੰਥ ਇਹ ਗੱਲ ਕਹਿੰਦੇ ਨੇ ਕਿ ਇਹ ਧਰਤੀ ਖਲੋਤੀ ਹੈ ਬਲਦ ਦੇ ਸਿੰਘਾਂ ਤੇ। ਮਾਲਕ ਕਹਿੰਦੇ ਨਹੀਂ, ਇਹ ਸਾਰਾ ਪਸਾਰਾ ਜਿਹੜਾ ਟਿਕਿਆ ਹੋਇਆ ਏ, ਇਹ ਤੈਨੂੰ ਸਮਝ ਆ ਜਾਏਗੀ ਜਿੱਦਣ ਗੁਰੂ ਦਾ ਹੁਕਮ ਸੁਣਨ ਲੱਗ ਜਾਏ ਕਿ ਇਹ ਸਾਰਾ ਪਸਾਰਾ ਉਸ ਮਾਲਕ ਦਾ ਬਣਾਇਆ ਹੋਇਆ ਹੈ ਤੇ ਉਹਦਾ ਹੀ ਟਿਕਾਇਆ ਹੋਇਆ ਹੈ, ਉਹਦਾ ਹੀ ਟਿਕਾਇਆ ਹੋਇਆ, ਕਿਸੇ ਹੋਰ ਦਾ ਨਹੀਂ, ਜਿਹਨੂੰ ਸਾਹਿਬ ਆਸਾ ਕੀ ਵਾਰ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ। ਤੂੰ ਤਰੁੱਠ ਕਰਕੇ ਪਸਾਰਾ ਇਹ ਬਣਾਇਆ ਤੇ ਨਾਲ ਇਹਨੂੰ ਸੰਭਾਲਦਾ ਵੀ ਆ, ਕਿਸੇ ਹੋਰ ਦੇ ਵਾਸਤੇ ਨਹੀਂ ਆ, ਕੋਈ ਬਲਦ ਨਹੀਂ। ਅੱਗੇ ਜਾ ਕੇ ਗੁਰੂ ਸਾਹਿਬ ਫਿਰ ਇਸੇ ਲੜੀ ਦੇ ਵਿੱਚ ਸਵਾਲ ਜਦੋਂ ਕਰਦੇ ਨੇ, ਫਿਰ ਸਾਹਿਬ ਦੀ ਗੱਲ ਸਮਝ ਆ ਜਾਂਦੀ ਹੈ। ਸਾਹਿਬ ਕਹਿੰਦੇ ਨੇ ਫਿਰ ਧਰਤੀਆਂ ਤੇ ਬੇਅੰਤ ਨੇ, ਫਿਰ ਬੇਅੰਤ ਧਰਤੀਆਂ ਦੇ ਉੱਤੇ ਫਿਰ ਕਿਹੜਾ ਬਲਦ ਹੈ, ਕਿੱਦਾਂ ਖਲੋਤਾ ਹੈ। ਤੇ ਜਿਹਨੂੰ ਸਾਹਿਬ ਸੌਖਾ ਜਿਹਾ ਸਮਝਾ ਦਿੰਦੇ ਨੇ। ਮਾਲਕ ਕਹਿੰਦੇ ਉਹ ਜਿਹੜਾ ਧੌਲ ਹੈ ਉਹ ਕਿਹੜਾ ਹੈ? ਧੌਲ ਧਰਮ, ਦਇਆ ਕਾ ਪੂਤ। ਧਰਮ ਹੈ, ਉਹ ਨਿਯਮ ਹੈ ਰੱਬ ਜੀ ਦਾ ਬਣਾਇਆ ਹੋਇਆ, ਜਿਹੜਾ ਇਸ ਕਾਇਨਾਤ ਨੂੰ ਸੰਭਾਲ ਰਿਹਾ ਹੈ, ਕੋਈ ਹੋਰ ਨਹੀਂ ਹੈ। ਇਹ ਠੀਕ ਇਸ ਤਰੀਕੇ ਦੇ ਨਾਲ ਇਸ ਧਰਤੀ ਨੂੰ ਟਿਕਾਇਆ ਹੋਇਆ ਸਾਹਿਬ ਨੇ, ਜਿਵੇਂ ਸੰਸਾਰ ਦੇ ਅੰਦਰ ਕੋਈ ਖੂਹ ਦੇ ਵਿੱਚ ਰੱਸੀ ਦੇ ਨਾਲ ਡੋਲ ਲਟਕਾ ਦੇਵੇ, ਇਹ ਕਾਇਨਾਤ ਵੀ ਇੱਦਾਂ ਹੀ ਲਟਕੀ ਹੋਈ ਹੈ। ਡੋਲ ਬੱਧਾ ਕਸ ਜੇਵਰੀ ਆਕਾਸ ਪਤਾਲਾ। ਮਾਲਕ ਕਹਿੰਦੇ ਇਸ ਕਰਕੇ ਤੈਨੂੰ ਬਹੁਤਾ ਉਲਝਣ ਦੀ ਲੋੜ ਨਹੀਂ ਹੈ, ਤੈਨੂੰ ਸਮਝ ਆ ਜਾਏਗੀ ਜਦੋਂ ਗੁਰੂ ਦੇ ਹੁਕਮ ਨੂੰ ਸੁਣੇਗਾ। ਸੁਣਿਆ ਧਰਤ ਧਵਲ ਆਕਾਸ਼, ਤੈਨੂੰ ਸਾਰੀਆਂ ਉਹ ਗੱਲਾਂ ਸਮਝ ਆਉਣ ਲੱਗ ਜਾਣਗੀਆਂ ਜਿਹੜੀਆਂ ਗੱਲਾਂ ਤੂੰ ਸੰਸਾਰ ਦੇ ਅੰਦਰ ਐਵੇਂ ਹੀ ਉਲਝਿਆ ਫਿਰਦਾ ਹੈ। ਸੁਣਿਆ ਦੀਪ ਲੋ ਪਾਤਾਲ, ਜਦੋਂ ਗੁਰੂ ਦੇ ਹੁਕਮ ਨੂੰ ਸੁਣੇਗਾ ਨਾ, ਤੈਨੂੰ ਸੋਝੀ ਆ ਜਾਏਗੀ ਉਹਨਾਂ ਦੀਪਾਂ ਦੀ, ਜਿਨ੍ਹਾਂ ਦੀਪਾਂ ਬਾਰੇ ਤੂੰ ਜਾਣਦਾ ਨਹੀਂ, ਜਿੱਥੇ ਗਿਆ ਨਹੀਂ ਕਦੇ। ਗੁਰੂ ਦੀ ਬਖਸ਼ਿਸ਼ ਇੰਨੀ ਹੈ, ਗੁਰੂ ਦੇ ਹੁਕਮ ਨੂੰ ਸੁਣਨ ਦੇ ਨਾਲ ਬਖਸ਼ਿਸ਼ਾਂ ਇੰਨੀਆਂ ਆਉਣਗੀਆਂ। ਸਭ ਕਹਿੰਦੇ ਤੈਨੂੰ ਕਾਇਨਾਤ ਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਉਹਨਾਂ ਲੋਕਾਂ ਦੀ ਗੱਲ ਸਮਝ ਆ ਜਾਏਗੀ ਜਿਹੜੇ ਲੋਕ ਤੂੰ ਦੇਖੇ ਨਹੀਂ ਆ, ਤੂੰ ਉਹਨਾਂ ਬਾਰੇ ਜਾਣਨਾ ਸ਼ੁਰੂ ਕਰ ਦੇਵੇਂਗਾ। ਇਹ ਗੁਰੂ ਦੇ ਹੁਕਮ ਦੀ ਬਖਸ਼ਿਸ਼ ਹੈ। ਤੈਨੂੰ ਹਰੇਕ ਖੰਡ ਦੇ ਅੰਦਰ ਰਹਿੰਦੇ ਹੋਏ ਪ੍ਰਮਾਤਮਾ ਦੀ ਸਮਝ ਆ ਜਾਏਗੀ ਵੀ ਉਸ ਪ੍ਰਮਾਤਮਾ ਤੋਂ ਬਿਨਾਂ ਕਾਇਨਾਤ ਦੇ ਅੰਦਰ ਕੋਈ ਦੂਜਾ ਹੈ ਹੀ ਨਹੀਂ। ਕਿਸੇ ਦੀਪ ਤੇ, ਕਿਸੇ ਲੋਕ ਦੇ ਵਿੱਚ, ਕਿਸੇ ਪਤਾਲ ਦੇ ਵਿੱਚ, ਭਾਵੇਂ ਕਿਸੇ ਨੇ ਕਿੰਨੇ ਮੰਨੇ ਹੋਣ, ਕਿਉਂਕਿ ਕਹਿਣ ਵਾਲਿਆਂ ਨੇ ਇੱਥੇ 7 ਵੀ ਕਹੇ, ਕਿਸੇ ਨੇ ਕਹਿ ਦਿੱਤਾ ਵੀ ਗਿਣਤੀ ਹੈ ਇੰਨੇ ਨੇ, ਪਰ ਮਾਲਕ ਕਹਿ ਦਿੱਤਾ ਨਹੀਂ ਭਾਈ ਗਿਣਤੀ ਨਹੀਂ ਹੈ। ਪਾਤਾਲਾਂ ਪਾਤਾਲ
लख आगासां आगास ओढ़क ओढ़क भाल थके, वेद कहनिक बात। भी वो कायनात इन्नी को बेअंत है, क्योंकि करता बेअंत है तो उसकी फिर कुदरत भी बेअंत है, किसी को पता नहीं किन्नी आ। मालक कहते पर तेनों एक गल समझ आ जाएगी जदों गुरु के हुक्म नूं सुनन लग जाएगा भी वो रब सारे थां इको ही है, वखरा वखरा नहीं है। तेनों समझ आ जाएगी एके दी, तेनों समझ आ जाएगी एक ओंकार दी कि वो एक ओंकार है, एक है तो हरेक थां ते वसिया है। तेनों समझ आ जाएगी इस गल की। सुनिया पोह ना सकै काल, जे तू रब जी के हुक्म नूं सुन लवें ना, मालक कहते फिर समय का प्रभाव तेरे उत्ते नहीं पेगा। जिहड़ा गुरु के हुक्म नूं सुन लवे फिर उहदी अवस्था बन जाती है, जो नार दुख मैं दुख नहीं माना, सुख स्नेह अर भै नहीं जाकै, कंचन माटी माना, नह निंदिया नह उस्तत जाकै, लोभ मोह अभिमाना, हरख सोग ते रह न्यारो। सब कहते तू सारिया इस समय दियां अवस्थावां तो पार लंघ जाएगा। क्यों? क्योंकि तेनों समझ आ जाएगी सारा कुछ ही नाशवंत है। दुख सानू उदों ही हुंदा ना जदों साडे कोलों कोई चीज़ चली जाए। सब कहते तेनों पहलों समझा दिता जाएगा ना, जो उपजियो सो बिनस है, पर वो आज कै काल फिर दुख किवें आएगा। जो तू पहलों मन के बैठा है भी जो तेरे कोल है चला जाना है एक दिन, फिर दुख किहड़ी गल दा है। ना फिर दुखी होएगा, ना तेनों कोई बहुती किसी चीज़ की खुशी होएगी। एक टिका वाला जीवन बन जाएगा तेरा। सब कहते वो अवस्था बन जाएगी, तू सचमुच भगत बन जाएगा। तो जेड़े भगत बन जान गुरु के दर ते आके, जेड़े गुरु के कोलों सिख के भगती करन लग जान, मालक कहते नानक भगतां सदा विगास, सदीवी फिर खेड़ा है। क्योंकि समय का प्रभाव नहीं है ना उन्हां दे उत्ते, वो अकाल नूं मनदे ने। वो अकाल नूं मनण वालियां दे उत्ते फिर समय का प्रभाव नहीं। अकाल नूं मनण वाले तां समय तो पार जाके गल करदे ने, क्योंकि जिन्हों मनदे ने सब कहते ना जैसो सेवै तैसो होवै। जिद्दां तैनूं मनेगा उदां दा हो जाएगा। तो सब कहते फिर तू अकाल नूं पूजिया कर। ताई तां सानूं ये सिद्धांत दिते ना, पूजा अकाल की, परचा शब्द का, दीदार खालसे का। तेनों इदा समझ लीए पूजा अकाल की करनी तो है, किवें करनी है वो कित्थों समझ आएगी? उस शब्द के परचे चों सानूं समझ आएगी। धन गुरु ग्रंथ साहिब महाराज सच्चे पातशाह जी की मुबारक बाणी चों समझ आएगी। तो मुबारक बाणी की जे सोझी लैनी है तो सब कहते ने दीदार खालसे का, गुरमुखां दा खालसे का दीदार करिया कर। गुरु की संगत चों तैनूं ये समझ आएगी असल च परचा शब्द का कहंदा की है। जिदन परचे शब्द की समझ आ गई फिर तैनूं समझ आ जाएगी पूजा अकाल की करनी किवें है। तो सब कहते फिर सदीवी सुख मिल जाएगा, कदे फिर दुख तेरी जिंदगी च नहीं आएगा। शरीर के दुख आउणगे, संसार के दुख आउणगे, पर मन कदे उलांभा नहीं देगा रब्बा आ की कीता है। मन नहीं कदे कहेगा। सुनिया दुख पाप का नाश सुनन करके रब जी दे नाम दे, रब जी का नाम सुनन दे नाल सब कहते ने दुखा पापां का नाश हो जाएगा। ये सारे खत्म हो जाएंगे, सुखां का प्रकाश हो जाएगा, क्योंकि गुरु सुखां का दाता है। तो सब कहते फिर सुखां दे दाते नूं सेविया कर, सुखां दे दाते दे नाल साझ बना, तेरे जीवन के अंदर भी सुख आ जाएंगे। सब कृपालू दया कर देण। विचारा करदियां होइयां बेअंत भुलां दी खिमा। सबना दा धन्नवाद। बुलाओ जी फतेह। आखो जी वाहिगुरू जी का खालसा वाहिगुरू जी की फतेह।